ਅੱਜ 21 ਮਾਰਚ ਵਿਸ਼ਵ ਕਵਿਤਾ ਦਿਵਸ ਆ। ਯੂਨਾਈਟਿਡ ਨੇਸ਼ਨ ਵੱਲੋਂ ਅੱਜ ਦਾ ਦਿਨ ਰਾਖਵਾਂ ਰੱਖਿਆ ਗਿਆ ਕਵਿਤਾ ਦੇ ਲਈ, ਕਵਿਤਾ ਦੀ ਗੱਲਬਾਤ ਕਰਨ ਦੇ ਲਈ, ਵੱਖ-ਵੱਖ ਭਾਸ਼ਾਵਾਂ ਨੂੰ ਕਵਿਤਾ ਦੁਆਰਾ ਪ੍ਰਮੋਟ ਕਰਨ ਦੇ ਲਈ, ਉਹਨਾਂ ਦੀ ਡਾਇਵਰਸਿਟੀ ਨੂੰ ਕਾਇਮ ਰੱਖਣ ਦੇ ਲਈ ਕਿ ਦੁਨੀਆ ਦੀਆਂ ਵੱਖ-ਵੱਖ ਭਾਸ਼ਾਵਾਂ ਇਸ ਤਰ੍ਹਾਂ ਰਹਿਣ। ਕਵਿਤਾ ਸੰਬੰਧੀ ਅਸੀਂ ਗੱਲਬਾਤ ਕਰਨ ਦੇ ਲਈ ਡਾਕਟਰ ਸਾਧੂ ਸਿੰਘ ਹੋਣਾ ਦੇ ਕੋਲ ਅੱਜ ਇੱਥੇ ਆਏ ਹਾਂ। ਉਹਨਾਂ ਨਾਲ ਇਹਦੇ ਸੰਬੰਧੀ ਕੁਝ ਮੁੱਢਲੇ ਨੁਕਤੇ ਸਾਂਝੇ ਕਰਦੇ ਹਾਂ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਇਹ ਦੱਸੋ ਜੀ ਵੀ ਕਵੀ ਕਵਿਤਾ ਕਿਉਂ ਲਿਖਦਾ ਜੀ, ਕੀ ਫਾਇਦਾ? ਫਾਇਦੇ ਲਈ ਨਹੀਂ ਜੀ ਕੋਈ ਕਵਿਤਾ ਲਿਖਦਾ, ਕਿਉਂਕਿ ਫਾਇਦੇ ਦਾ ਤਾਂ ਮਤਲਬ ਹੁੰਦਾ ਵੀ ਮੈਂ ਕੋਈ ਚੀਜ਼ ਇਨਵੈਸਟ ਕੀਤੀ ਆ ਅਤੇ ਮੈਂ ਉਹਦੇ ਵਿੱਚੋਂ ਕੋਈ ਕਮਾਇਆ। ਇਹ ਇੱਦਾਂ ਦੀ ਆਰਥਿਕ ਜਾਂ ਪਦਾਰਥਕ ਕਮਾਈ ਹੋ ਜਾਂਦੀ ਬੇਸ਼ੱਕ ਸਹਿਜ ਸੁਭਾਵਿਕ, ਪਰ ਇਹ ਮੂਲ ਮਕਸਦ ਇਹਦਾ ਇਹ ਨਹੀਂ। ਮੂਲ ਮਕਸਦ ਇਹ ਆ ਵੀ ਮਨ ਵਿੱਚ ਉੱਠਿਆ ਕੋਈ ਵਿਚਾਰ, ਕੋਈ ਫੁਰਨਾ, ਕੋਈ ਸੰਕਲਪ, ਉਹਨੇ ਪ੍ਰਗਟ ਕਰਨਾ ਸੋਝਾਤਮਕ ਭਾਸ਼ਾ ਦੇ ਰਾਹੀਂ। ਇਸ ਕਰਕੇ ਉਹਦੇ ਮਨ ਦੇ ਉੱਤੇ ਇੱਕ ਗੁਬਾਰ ਹੁੰਦਾ, ਇੱਕ ਆਪਣਾ ਭਾਰ ਹੁੰਦਾ, ਕਿਉਂਕਿ ਜਿਸ ਵੇਲੇ ਕੋਈ ਵਿਚਾਰ ਤੁਹਾਡੇ ਅੰਦਰ ਪੂਰੀ ਤਰ੍ਹਾਂ ਪ੍ਰਫੁੱਲਿਤ ਹੋ ਜਾਂਦਾ ਅਤੇ ਐਨ ਤੁਹਾਡੀ ਅਵਸਥਾ ਉੱਦਾਂ ਦੀ ਗਰਭਵਤੀ ਔਰਤ ਵਰਗੀ ਹੋ ਜਾਂਦੀ ਆ। ਜਿੰਨਾ ਚਿਰ ਤੁਸੀਂ ਉਹਨੂੰ ਪ੍ਰਗਟ ਨਹੀਂ ਨਾ ਕਰ ਲੈਂਦੇ, ਤੁਹਾਡੇ ਜ਼ਿਹਨ ਤੋਂ ਉਹ ਜਿਹਨੂੰ ਤੁਸੀਂ ਕ੍ਰੀਏਟਿਵ ਟੈਨਸ਼ਨ ਕਹਿੰਦੇ ਆ, ਸਿਰਜਣਾਤਮਕ ਤਣਾਅ ਆ, ਉਹ ਦੂਰ ਨਹੀਂ ਹੁੰਦਾ। ਸੋ ਇੱਕ ਤਰ੍ਹਾਂ ਦੇ ਨਾਲ ਕਵੀ ਆਪਣੇ ਅੰਦਰ ਪੈਦਾ ਹੋਏ ਸਿਰਜਣਾਤਮਕ ਤਣਾਅ ਤੋਂ ਮੁਕਤ ਹੋਣ ਲਈ ਕਵਿਤਾ ਲਿਖਦਾ। ਅਤੇ ਤੁਲਸੀ ਨੇ ਇਹਨੂੰ ਕਿਹਾ ਵੀ ਆਪਣੇ ਸੁੱਖ ਲਈ ਕਵਿਤਾ ਲਿਖਦਾ, ਆਤਮ ਸੁਖਾਏ। ਅਤੇ ਜਿਹੜੇ ਆਮ ਲੋਕ ਆ ਡਾਕਟਰ ਸਾਹਿਬ, ਉਹਨਾਂ ਦੇ ਵਿੱਚ ਇਸ ਤਰ੍ਹਾਂ ਦਾ ਤਣਾਅ ਜਾਂ ਉਹਨਾਂ ਦੇ ਭਾਵ ਨਹੀਂ ਹੁੰਦੇ? ਜੇ ਉਹ ਕਵਿਤਾ ਨਹੀਂ ਲਿਖਦੇ ਤਾਂ ਉਹ ਕਿੱਦਾਂ ਦੂਰ ਹੁੰਦਾ ਜੀ? ਉਹ ਗਾਲ ਕੱਢ ਲੈਂਦੇ ਆ, ਉਹ ਮੱਘਾ ਕੱਢ ਲੈਂਦੇ ਆ, ਜਾਂ ਕੋਈ ਹੋਰ ਗੱਲ ਕਰ ਲੈਂਦੇ। ਕਰਦਾ ਤਾਂ ਹਰੇਕ ਬੰਦਾ ਇੱਦਾਂ ਹੀ, ਮਤਲਬ ਆਪਣੇ ਮਨ ਦਾ ਅੰਦਰਲਾ ਜਿਹੜਾ ਤਣਾਅ ਆ, ਪਿਆਰ ਮੁਹੱਬਤ ਦਾ ਬੋਲ ਦਿੰਦਾ। ਜਿੱਦਾਂ ਹੁਣ ਫਰਜ਼ ਕਰੋ ਪ੍ਰੋਫੈਸਰ ਪੂਰਨ ਸਿੰਘ ਨੇ ਤਾਂ ਇਹ ਸੱਤ ਕਰਕੇ ਕਿਹਾ ਵੀ ਪਿਆਰ ਵਿੱਚ ਮੋਏ ਬੰਦਿਆਂ ਦੇ ਵਚਨ ਹੀ ਕਵਿਤਾ ਨੇ, ਹੈ ਨਾ। ਮੇਰਾ ਮਤਲਬ ਵੀ ਆਪਣੇ ਮਨ ਦੇ ਵਿੱਚੋਂ, ਯਾਨੀ ਕਵੀ ਦੀ ਦੂਜਿਆਂ ਨਾਲੋਂ ਵਿਸ਼ੇਸ਼ਤਾ ਇਹ ਆ ਵੀ ਉਹਦੇ ਵਿੱਚ ਇੱਕ ਵਿਉਂਤ ਆ, ਇੱਕ ਯੁਗਤ ਆ, ਇੱਕ ਸੋਚ ਦੀ ਸਮਰੱਥਾ। ਇਹ ਮਤਲਬ ਹੋ ਸਕਦਾ ਵੀ ਆਮ ਆਦਮੀ ਵਿੱਚ ਹੁੰਦੀ ਤਾਂ ਹੈ, ਪਰ ਉਹਦਾ ਜਿਹੜਾ ਪੱਧਰ ਆ ਨਾ, ਉਹ ਸ਼ਾਇਦ ਕਵੀ ਜਿੱਦਾਂ ਨਹੀਂ ਹੁੰਦਾ। ਅਸੀਂ ਡਾਕਟਰ ਸਾਹਿਬ ਗੀਤ ਕਿਉਂ ਸੁਣਦੇ ਹਾਂ, ਜਾਂ ਅਸੀਂ ਉਦਾਸ ਗੀਤ ਕਿਉਂ ਸੁਣਦੇ ਹਾਂ? ਮੰਨ ਲਓ ਸੈਡ ਸੌਂਗ ਆ, ਰੇਡੀਓ 'ਤੇ ਵੱਜ ਰਿਹਾ, ਸੁਣਦੇ ਹਾਂ, ਉਦਾਸ ਹੋ ਜਾਂਦੇ ਹਾਂ। ਸਾਡੇ ਨਾਲ ਕੁਛ ਵੀ ਉੱਦਾਂ ਦਾ ਨਹੀਂ ਹੋਇਆ, ਮਹਿਬੂਬ ਨਹੀਂ ਛੱਡ ਕੇ ਗਈ, ਕੁਛ ਵੀ ਨਹੀਂ, ਸਾਨੂੰ ਚੰਗਾ ਲੱਗਦਾ। ਉਦਾਸੀ ਕਿਉਂ ਚੰਗੀ ਲੱਗਦੀ ਗੀਤਾਂ ਦੀ? ਇੱਦਾਂ ਦੀ ਗੱਲ ਨਹੀਂ ਜੀ। ਪਹਿਲੀ ਤਾਂ ਗੱਲ ਹੈ ਵੀ ਉਦਾਸੀ ਚੰਗੀ ਨਹੀਂ ਲੱਗਦੀ, ਉਦਾਸੀ ਹੁੰਦੀ ਆ। ਕੋਈ ਬੰਦਾ ਉਦਾਸ ਹੋਣਾ ਚਾਹੁੰਦਾ ਨਹੀਂ। ਸਾਡੀ ਕੋਈ ਤਮੰਨਾ, ਕੋਈ ਸਾਡੀ ਇੱਛਾ, ਕੋਈ ਸਾਡਾ ਆਦਰਸ਼ ਜੇ ਪੂਰਾ ਨਾ ਹੋਵੇ ਤੇ ਮਨ ਜਿਹੜਾ ਨਾ ਉਦਾਸ ਹੁੰਦਾ, ਅਪ੍ਰਾਪਤੀ 'ਚੋਂ ਮਤਲਬ ਉਦਾਸੀ ਨਿਕਲਦੀ ਆ। ਉਹ ਇਸ ਕਰਕੇ ਅਸੀਂ, ਕਿਉਂਕਿ ਜਿਸ ਵੇਲੇ ਦੂਸਰੇ ਦੀ ਉਦਾਸੀ ਨਾਲ ਅਸੀਂ ਸਾਂਝ ਪਾਉਂਦੇ ਹਾਂ, ਜਿੱਦਾਂ ਕਹਿੰਦੇ ਨਾ ਵੀ ਜ਼ਹਿਰ ਨੂੰ ਜ਼ਹਿਰ ਕੱਟਦੀ ਆ, ਉਹ ਤੁਹਾਡੇ ਅੰਦਰ, ਜਿਹਨੂੰ ਤੁਸੀਂ ਬ੍ਰੇਚਨ ਕਹਿੰਦੇ ਆ ਨਾਟਕ ਵਾਲੇ ਬੰਦੇ, ਉਹ ਤੁਹਾਡੇ ਅੰਦਰਲਾ ਜਿਹੜਾ ਕਥਾਰਸਿਸ ਹੋ ਜਾਂਦਾ ਅਤੇ ਇੱਕ ਤਰ੍ਹਾਂ ਨਾਲ ਉਹਦੇ ਵਿੱਚ ਵੀ ਇੱਕ ਸੁੱਖ ਮਿਲਦਾ। ਤੁਹਾਡਾ ਕਹਿਣ ਦਾ ਮਤਲਬ ਵੀ ਜੇ ਸ਼ਿਵ ਕੁਮਾਰ ਲਿਖਦਾ ਸੀ ਤਾਂ ਉਹਨੂੰ ਸ਼ਾਇਰੀ ਦੇ ਵਿੱਚੋਂ, ਦੁੱਖ ਦੇ ਵਿੱਚੋਂ ਵੀ ਸੁੱਖ ਮਿਲਦਾ ਸੀ? ਨਹੀਂ, ਦੁੱਖ ਨੂੰ ਪ੍ਰਗਟ ਕਰਨ ਵਿੱਚੋਂ ਸੁੱਖ ਮਿਲਿਆ ਸੀ। ਦੁੱਖ ਨੂੰ ਪ੍ਰਗਟ ਕਰਨ ਦੇ ਵਿੱਚੋਂ ਸੁੱਖ ਮਿਲਦਾ। ਦੁੱਖ ਨੂੰ ਉੱਦਾਂ ਤਾਂ ਚਲੋ, ਜੇ ਹੁਣ ਤੁਸੀਂ ਮਤਲਬ ਲਫ਼ਜ਼ਾਂ ਦੇ ਅਰਥਾਂ 'ਤੇ ਆਉਂਦੇ ਆ ਤਾਂ ਗੁਰੂ ਸਾਹਿਬ ਨੇ ਤਾਂ ਇਹ ਕਿਹਾ ਵੀ ਦੁੱਖ ਦਾਰੂ ਸੁੱਖ ਰੋਗ ਪਿਆ। ਦੁੱਖ ਦੇ ਵਿੱਚ ਵੀ ਇੱਕ ਗੱਲ ਹੋ ਸਕਦੀ ਹੈ, ਕਿਉਂਕਿ ਦੁੱਖ ਤੁਹਾਡੇ ਮਨ 'ਚ ਕਰੁਣਾ ਪੈਦਾ ਕਰਦਾ। ਦੁੱਖ, ਜੇ ਤੁਸੀਂ ਆਪ ਤੁਹਾਨੂੰ ਦੁੱਖ ਹੈ ਨਾ, ਤਾਂ ਦੂਸਰੇ ਦੇ ਦੁੱਖ ਨਾਲ ਨੂੰ ਸਮਝਣ ਦੀ ਸਮਰੱਥਾ ਪੈਦਾ ਕਰਦਾ, ਤੁਹਾਡੇ ਮਨ ਵਿੱਚ ਇੱਕ ਦਇਆ ਉਪਜਾਉਂਦਾ। ਸੋ ਇਸ ਤਰ੍ਹਾਂ ਦੇ ਨਾਲ ਜਿਹੜਾ ਨਾ ਦੁੱਖ ਆ, ਉਹਦੇ ਵਿੱਚ ਕੋਈ ਨਾ ਕੋਈ ਸੁੱਖ ਵੀ ਹੁੰਦਾ। ਕਵਿਤਾ ਨੂੰ ਕੀ ਸਮਝਿਆ ਜਾਵੇ? ਜਿਹੜੇ ਪੰਜਾਬੀ ਦੇ ਪ੍ਰਵਾਨਿਤ ਕਵੀ ਅਸੀਂ ਹੁਣ ਤੱਕ ਸੁਣਦੇ ਆਏ ਹਾਂ, ਉਹੀ ਕਵੀ ਸੀਗੇ? ਕੁਛ ਉੱਚੇ ਪੱਧਰ ਦੇ ਕਵੀ, ਕੁਛ ਹੇਠਲੇ ਪੱਧਰ ਦੇ ਹੁੰਦੇ ਆ ਜਿਹੜੇ ਗੀਤ ਲਿਖਦੇ ਆ, ਜਿਹੜੀ ਆ ਗਾਇਕੀ, ਗੀਤਕਾਰੀ, ਅਸੀਂ ਗਾਇਕੀ ਸੁਣਦੇ ਹਾਂ, ਇਹਨੂੰ ਵੀ ਕਵਿਤਾ ਦੇ ਵਿੱਚ ਰੱਖਦੇ ਆ? ਉਦੋਂ ਜੇ ਸੱਚੀ ਪੁੱਛੋ ਨਾ, ਮੈਨੂੰ ਜਿਹੜੀ ਚੱਜ ਦੀ ਚੀਜ਼, ਚੱਜ ਦਾ ਬੋਲ ਆ ਨਾ, ਮੈਂ ਉਹਦੇ ਵਿੱਚ ਮੁਕਾਬਲਾ ਨਹੀਂ ਪਾਉਂਦਾ। ਮੈਂ ਤਾਂ ਕਈ ਵਾਰ ਆਹ ਟੈਲੀਵਿਜ਼ਨ 'ਤੇ ਪ੍ਰੋਗਰਾਮ ਦੇਖਦਾ, ਸਾਰੇ ਬੱਚਿਆਂ ਦੀ ਸਰੀਰਕ ਦੀ, ਨ੍ਰਿਤ ਦੀ ਸਮਰੱਥਾ ਜਿਹੜੀ ਹੈ ਨਾ, ਬਹੁਤ ਹੁੰਦੀ ਆ। ਉਹਦੇ ਵਿੱਚ ਵੀ ਤੁਸੀਂ ਅੱਬਲ ਦੋਮ ਸੋਮ ਕੱਢਣ ਲੱਗ ਪੈਂਦੇ ਆ। ਮੇਰਾ ਮਨ ਉਸ ਵੇਲੇ ਦੁਖਦਾ। ਮੈਨੂੰ ਇੱਦਾਂ ਲੱਗਦਾ ਵੀ ਕਵਿਤਾ ਜਿਹੜਾ ਅੰਦਰਲਾ ਤੁਹਾਡਾ ਅਹਿਸਾਸ ਆ, ਜੇ ਉਹਨੂੰ ਸਮਰੱਥ ਤੌਰ 'ਤੇ ਪ੍ਰਗਟ ਕਰਨ ਦੇ ਨਾ ਪੂਰੀ ਹੋ ਗਈ, ਉਹ ਫਿਰ ਉੱਤਮ ਨੀਚ ਨਹੀਂ, ਉਹ ਵਧੀਆ ਹੀ ਵਧੀਆ। ਬਾਕੀ ਠੀਕ ਹੈ ਵੀ ਪੱਧਰ ਤਾਂ ਹਰੇਕ ਚੀਜ਼ ਦਾ ਚਲੋ ਹੁੰਦਾ ਹੀ ਆ। ਹੁਣ ਜੇ ਮੈਂ ਕਹਾਂ, ਮੈਂ ਤੁਹਾਡੇ ਆਉਣ ਤੋਂ ਪਹਿਲਾਂ ਮੇਰੇ ਮਨ 'ਚ ਇਹ ਸੀ ਵੀ ਆਮ ਤੌਰ 'ਤੇ, ਕਿਉਂਕਿ ਰਵਾਇਤੀ ਤੌਰ 'ਤੇ ਬੰਦਾ ਇਹ ਪੁੱਛਦਾ ਜੀ ਵੀ ਕਵਿਤਾ ਹੁੰਦੀ ਕੀ ਆ, ਮੈਨੂੰ ਲੱਗਦਾ ਵੀ ਸ਼ਾਇਦ ਤੁਸੀਂ ਮੈਨੂੰ ਪੁੱਛੋ। ਅਤੇ ਮੈਂ ਇਹ ਕਹਿਣਾ ਸੀ ਵੀ ਇਹਦੀ ਜਿਹੜੀ ਪਰਿਭਾਸ਼ਾ ਇਸ ਕਰਕੇ ਸੰਭਵ ਆ ਵੀ ਕਵਿਤਾ ਦੇ ਵਿੱਚ ਇੱਕ ਸਤਰੀ ਬੋਲੀ, ਦੋ ਸਤਰੇ ਦੋਹਰੇ ਤੋਂ ਲੈ ਕੇ ਲੰਮੀ ਦਾਰਸ਼ਨਿਕ ਕਵਿਤਾ ਜਪਜੀ ਸਾਹਿਬ ਤੋਂ ਲੈ ਕੇ ਗਾਹਾਂ ਐਪਿਕ, ਜਿਹਨੂੰ ਆਪਾਂ ਮਹਾਂਕਾਵ ਕਹਿੰਦੇ ਆ, ਸਭ ਕੁਝ ਹੁੰਦਾ। ਸੋ ਇਸ ਕਿਸਮ ਦੀ ਕਿਹੜੀ ਪਰਿਭਾਸ਼ਾ ਜਿਹੜੀ ਇਸ ਸਭ ਕਾਹੇ ਨੂੰ ਆਪਣੇ ਕਲੇਵਰ ਵਿੱਚ ਸਮੇਟ ਸਕੇ? ਇੱਦਾਂ ਹੀ ਜਦੋਂ ਤੁਸੀਂ ਹੁਣ ਗੀਤਾਂ ਦੀ ਜਾਂ ਦੂਸਰਿਆਂ ਦੀ ਗੱਲ ਕੀਤੀ ਆ ਨਾ, ਇਹਨਾਂ ਸਭਨਾਂ ਨੂੰ ਇੱਕ ਜ਼ੁਮਰੇ ਵਿੱਚ ਮੈਂ ਨਹੀਂ ਬੰਨ੍ਹਦਾ। ਮੈਂ ਗੀਤ ਨੂੰ ਗੀਤ ਦੇ ਨਾਲ ਤੁਲਨਾ ਦਿੰਦਾ,
ਬੋਲੀ ਨੂੰ ਬੋਲੀ ਦੇ ਨਾਲ ਤੁਲਨਾ ਦਿੰਦਾ, ਮਹਾਂਕਾਵ ਦਾ ਮਹਾਂਕਾਵ ਨਾਲ ਤੁਲਕਿਆ। ਜੇ ਮੈਨੂੰ ਤੁਸੀਂ ਪੁੱਛੇ, ਮੈਂ ਇੱਕ ਦੂਜੇ ਨਾਲ ਟਾਕਰਾ ਨਹੀਂ ਕਰਦਾ ਇਹਦਾ। ਜਿੱਦਾਂ ਫੁੱਲ ਆ, ਮਤਲਬ ਲਿੱਲੀ ਵੀ ਠੀਕ ਆ ਤੇ ਗੁਲਾਬ ਵੀ ਠੀਕ ਆ। ਮੈਨੂੰ ਤੁਸੀਂ ਪਾਓ ਦੋਨਾਂ 'ਚੋਂ ਕਿਹੜਾ ਸੁੰਦਰ ਲੱਗਦਾ ਨਾ, ਮੈਨੂੰ ਇਹ ਸਵਾਲ ਤੰਗ ਕਰੂਗਾ। ਆਪਣੇ ਆਪਣੇ ਥਾਂ ਸਾਰੇ ਠੀਕ ਆ। ਚੱਜ ਦਾ ਗੀਤ ਵੀ ਤੁਹਾਨੂੰ ਨਸ਼ਾ ਦਿੰਦਾ। ਕਈ ਵਾਰੀ ਇਦਾਂ ਲੱਗਦਾ ਹੁੰਦਾ ਵੀ ਜਿਹੜੇ ਕਵੀ ਆ ਉਹ ਖਾਸ ਹੁੰਦੇ ਆ, ਵੀ ਇੱਕ ਬੜੀ ਔਖੀ ਜੀ ਗੱਲ ਸਮਝਣ ਵਾਲੀ, ਕਿਤਾਬਾਂ 'ਚ ਛਪੀ। ਇੱਕ ਜਿਹੜਾ ਸਧਾਰਨ ਬੰਦਾ ਜਿਹੜਾ ਪੜ੍ਹਿਆ ਲਿਖਿਆ ਨਹੀਂ, ਜਿਹੜਾ ਸਧਾਰਨ ਕਿਸਮ ਦਾ ਗੀਤ ਸੁਣ ਕੇ ਜਾਂ ਲੋਕ ਗੀਤ ਸੁਣ ਕੇ ਉਹਨੂੰ ਸਵਾਦ ਆ ਰਿਹਾ, ਉਹਦੇ ਜਿਹੜੇ ਸੁਹਜਾਤਮਕ ਪੱਧਰ ਦੇ ਵਿੱਚ ਵੀ ਫਰਕ ਹੁੰਦਾ। ਹਰ ਕਸਬ ਦੇ ਵਿੱਚ ਪੱਧਰ 'ਚ ਫਰਕ ਹੁੰਦਾ। ਮੈਂ ਤੁਹਾਨੂੰ ਕਹਿੰਦਾ ਵੀ ਇੱਟ ਤਾਂ ਮੈਂ ਵੀ ਰੱਖ ਦੇਣਾ, ਚਿਣ ਦੇਣਾ, ਪਰ ਮੈਂ ਰਾਜ ਮਿਸਤਰੀ ਨਹੀਂ ਹੈ। ਮੈਨੂੰ ਵੀ ਮਾੜੀ ਮੋਟੀ ਮਸ਼ੀਨ ਠੀਕ ਕਰਨੀ ਆਉਂਦੀ ਹੈ, ਲੇਕਿਨ ਮੈਂ ਮਕੈਨਿਕ ਨਹੀਂ ਹੈ। ਇੱਦਾਂ ਸ਼ਬਦਾਂ ਦਾ ਜਿਹੜਾ ਪ੍ਰਯੋਗ ਆ, ਮਾੜਾ ਮੋਟਾ ਤਾਂ ਹਰੇਕ ਹੀ ਕਰ ਸਕਦਾ, ਪਰ ਉਹਨਾਂ ਦੀ ਗੁਣ ਪੱਧਰ ਆ ਨਾ ਜਿਹੜੀ, ਉਹਦੇ ਵਿੱਚ ਤਾਂ ਫਰਕ ਕੁਦਰਤੀ ਹੋ ਜਾਂਦਾ। ਤੇ ਜਿਹੜੇ ਆਮ ਤੌਰ ਤੇ ਅਸੀਂ ਕਹਿੰਦੇ ਵੀ ਜੀ ਇਹ ਕਵਿਤਾ ਦੇ ਵਿੱਚ ਅਕਵਿਤਾ ਆ ਗਈ ਆ, ਤਾਂ ਲੋਕ ਕਵਿਤਾ ਨਾਲ, ਇੱਕ ਕਵਿਤਾ 'ਚ ਕਵਿਤਾ ਕੀ ਹੋਈ ਜੀ? ਮੈਂ ਤਾਂ ਇਦਾਂ ਕਹਿੰਦਾ ਵੀ ਜੇ ਫਰਜ਼ ਕਰੋ ਹੁਣ ਜਿੱਦਾਂ ਉਹਦੇ ਵਿੱਚ ਨਾ ਕੋਈ ਸੋਝ ਆ, ਨਾ ਤਾਂ ਲਫ਼ਜ਼ਾਂ ਦਾ ਜਾਦੂ ਆ, ਨਾ ਉਹਦੇ ਵਿੱਚ ਕੋਈ ਅਲੰਕਾਰ ਆ, ਨਾ ਵਿਚਾਰ ਦੀ ਉੱਤਮਤਾ, ਨਾ ਭਾਵਨਾ ਦੀ ਵਿਸ਼ੇਸ਼ਤਾ, ਜੇ ਉਹਦੇ 'ਚ ਕੁਝ ਵੀ ਨਹੀਂ, ਬੰਦਾ ਉੱਦਾਂ ਹੀ ਕਹਿੰਦਾ, ਫਿਰ ਉਹਨੂੰ ਤੁਸੀਂ ਕਵਿਤਾ ਹੀ ਕਹਾਂਗੇ। ਮੈਂ ਨਹੀਂ ਕਹਿੰਦਾ ਇਦਾਂ, ਮਤਲਬ ਮੈਂ, ਤੁਸੀਂ ਹੁਣ ਕਿਆ ਕਰਕੇ ਮੈਂ ਤੁਹਾਨੂੰ ਜਵਾਬ ਦੇ ਦਿੱਤਾ ਇਸ ਗੱਲ ਦਾ। ਮੇਰਾ ਇਹਦਾ ਮਤਲਬ ਇਹੀ ਸੀ ਡਾਕਟਰ ਸਾਹਿਬ ਪੁੱਛਣ ਦਾ, ਕਿ ਇੱਕ ਕੁਝ ਲੋਕ ਆ ਉਹ ਕਹਿੰਦੇ ਵੀ ਜਿਹੜਾ ਤੁਸੀਂ ਗੀਤ ਸੁਣ ਕੇ ਬੰਦਾ ਤ੍ਰਿਪਤ ਹੋ ਗਿਆ, ਇੱਕ ਬੰਦਾ ਗਾਲਿਬ ਨੂੰ ਪੜ੍ਹ ਕੇ ਤ੍ਰਿਪਤ ਹੁੰਦਾ। ਉਹਨਾਂ ਦੇ ਮੈਂ ਤ੍ਰਿਪਤ ਵੀ ਨਹੀਂ ਹੁੰਦਾ, ਇਹ ਤੁਹਾਨੂੰ ਡਿਸਟਰਬ ਵੀ ਕਰਦਾ। ਜਿੱਦਾਂ ਫਰਜ਼ ਕਰੋ ਹੁਣ ਮੈਂ ਤੁਹਾਨੂੰ ਦੱਸਦਾ, ਇਹ ਇਕੱਲੀ ਜਣੀ ਨਾ ਕਵਿਤਾ ਜਾਂ ਕਵੀ ਦੇ ਕਥਨ ਤੇ ਹੀ ਇਹ ਗੱਲ ਨਿਰਭਰ ਨਹੀਂ ਕਰਦੀ, ਪਾਠਕ ਦੇ ਮਨ ਤੇ ਵੀ ਨਿਰਭਰ ਕਰਦੀ। ਮੈਂ ਹੁਣ ਤੁਹਾਨੂੰ ਸਾਦਾ ਜੇ ਇੱਕ ਗੱਲ ਦੱਸਦਾ, ਜਿਹੜੀ ਕਿਤਾਬ ਮੈਂ ਅੱਜ ਕੱਲ੍ਹ ਪੜ੍ਹਦਾ ਉਹਦਾ ਨਾਂ ਸਦਾ ਵਿਗਾਸ ਹੈ। ਉਹਦੇ ਵਿੱਚ ਜਸਵੰਤ ਸਿੰਘ ਨੇਕੀ, ਮੈਂ ਚਾਰ ਲਫ਼ਜ਼ ਹੀ ਵਰਤੂੰਗਾ। ਆਪੀ ਨੇ ਆਪ ਸਿਰਜ ਕੇ, ਆਹ ਫਰਕ ਕਰੋ, ਇਹ ਲਫ਼ਜ਼ ਆ ਪਰਮਾਤਮਾ ਦੇ ਬਾਰੇ। ਉਹ ਕਹਿੰਦਾ ਜਿਸ ਵੇਲੇ ਪਰਮਾਤਮਾ ਨੂੰ ਤੁਸੀਂ ਸੈਲਫ ਮੈਨੀਫੈਸਟ ਕਹਿੰਦੇ ਆ, ਉਹ ਆਪੀ ਨੇ ਆਪ ਸਿਰਜ ਕੇ ਇਹ ਗੱਲ ਕਹਿੰਦਾ। ਮੈਨੂੰ ਇਸ ਗੱਲ ਨੇ ਤੇ ਮੇਰੇ ਮਨ ਦੇ ਸਾਹਮਣੇ ਸਮੱਸਿਆ ਪੈਦਾ ਕਰਤੀ। ਮੈਂ ਕਹਿੰਦਾ ਵੀ ਜੇ ਆਪ ਉਹ ਪਹਿਲਾਂ ਸੀਗਾ, ਉਹਨੇ ਤਾਂ ਹੀ ਆਪਣੇ ਆਪ ਨੂੰ ਸਿਰਜਿਆ। ਆਪ ਆਪਣੇ ਆਪ ਨੂੰ ਸਿਰਜਿਆ, ਇਹਦਾ ਮਤਲਬ ਆਪ ਤਾਂ ਹੈ ਨਾ, ਤੇ ਫਿਰ ਸਿਰਜਣ ਦੀ ਕੀ ਲੋੜ ਆ? ਜਾਣੀ ਹੋ ਸਕਦਾ ਇਹ ਸਵਾਲ ਹਰ ਬੰਦੇ ਦੇ ਮਨ 'ਚ ਨਾ ਪੈਦਾ ਹੋਵੇ, ਮੇਰੇ ਮਨ ਵਿੱਚ ਇਹ ਹੋਇਆ। ਸੋ ਕਵਿਤਾ ਤੁਹਾਨੂੰ ਸੰਤੁਸ਼ਟ ਨਹੀਂ ਕਰਦੀ, ਤੁਹਾਨੂੰ ਡਿਸਟਰਬ ਵੀ ਕਰਦੀ ਆ, ਤੁਹਾਨੂੰ ਚੇਤਨ ਵੀ ਕਰਦੀ ਆ, ਤੁਹਾਨੂੰ ਪਹਿਲਾਂ ਨਾਲੋਂ ਬਿਹਤਰ ਵੀ ਬਣਾਉਂਦੀ ਆ। ਇਸ ਗੱਲ ਦਾ ਨਿਰਭਰ ਇਸ ਗੱਲ ਤੇ ਆ ਵੀ ਕੌਣ ਸੁਣਦਾ। ਚੀਜ਼ ਹੈ ਇੱਕ, ਦੁੱਧ ਪੀ ਕੇ ਤੁਹਾਨੂੰ ਪਤਾ ਵੀ ਬੰਦਾ ਮਤਲਬ ਸਿਹਤਮੰਦ ਵੀ ਹੁੰਦਾ। ਸੱਪ ਨੂੰ ਦੁੱਧ ਪਾ ਦਿਓ, ਉਹਦੇ ਅੰਦਰ ਉਹੀ ਦੁੱਧ ਜ਼ਹਿਰ ਵੀ ਬਣਦਾ। ਜੇ ਹੁਣ ਫਰਜ਼ ਕਰੋ ਤੁਸੀਂ ਮੈਨੂੰ ਸ਼ੁਰੂ ਕੀਤਾ, ਮੈਂ ਤਾਂ ਕਹਿੰਦਾ ਵੀ ਕਵਿਤਾ ਦਾ ਹਾਣੀ ਨਾ ਕਈ ਵਾਰ ਕਵੀ ਵੀ ਨਹੀਂ ਹੁੰਦਾ, ਕਵੀ ਵੀ ਮਗਰੋਂ ਡਿਸਟਰਬ ਹੋ ਜਾਂਦਾ। ਮੈਂ ਤੁਹਾਨੂੰ ਬਹੁਤ ਨਿੱਕਾ ਜਿਹਾ ਇੱਕ ਸ਼ੇਰ ਸੁਣਾਉਣਾ, ਜਿਹਦੀ ਵਿਆਖਿਆ ਕਰਨ ਲੱਗਾ, ਕਵਿਤਾ ਲਿਖਣ ਲੱਗੇ ਨਹੀਂ ਉਹਨੂੰ ਤਕਲੀਫ ਹੋਈ ਹੋਣੀ, ਤੈਨੂੰ ਮੈਨੂੰ ਸੁਣਨ ਲੱਗੇ ਨਹੀਂ ਹੋਈ ਹੋਣੀ। ਜਦੋਂ ਦੀ ਮੈਂ ਵਿਆਖਿਆ ਮੰਗਦਾ ਤਾਂ ਉਹਦੇ 'ਚ ਇਹ ਹਿੰਮਤ ਨਹੀਂ ਇਹ ਗੱਲ ਕਹਿਣ ਦੀ। ਆਹ ਸ਼ੇਰ ਦੇਖ ਲਾ, ਆਪਾਂ ਬਹੁਤ ਵਾਰ ਸੁਣਿਆ ਹੋਣਾ ਕਿ ਹਿੰਦੂਆਂ, ਮੁਸਲਮਾਨਾਂ ਤੇ ਸਿੱਖਾਂ ਦੀ ਭੀੜ ਵਿੱਚ ਰੱਬ ਢੂੰਡਦਾ ਫਿਰਦਾ ਕਿ ਮੇਰਾ ਬੰਦਾ ਕਿੱਧਰ ਗਿਆ। ਮੈਂ ਇੱਕ ਭਰੀ ਮਜਲਿਸ ਇਸੇ ਸ਼ਹਿਰ ਦੇ ਵਿੱਚ ਸੁਰਜੀਤ ਪਾਤਰ ਦਾ ਇਹ ਸ਼ੇਰ ਹੈ, ਉਹਨੂੰ ਪੁੱਛਿਆ ਵੀ ਪਾਤਰ ਸਾਹਿਬ, ਸਿੱਖ, ਮੁਸਲਮਾਨ ਤੇ ਹਿੰਦੂ ਬੰਦੇ ਨਹੀਂ ਹੁੰਦੇ? ਜਾਣੀ ਇਹਨਾਂ ਦੀ ਭੀੜ ਵਿੱਚ ਬੰਦਾ ਗਵਾਚ ਗਿਆ। ਤੁਸੀਂ ਮੈਨੂੰ ਦੱਸੋ ਵੀ ਸਿੱਖ, ਹਿੰਦੂ, ਮੁਸਲਮਾਨ ਹੋਣ ਦੇ ਵਿੱਚ ਬੰਦੇ ਅੰਦਰਲਾ ਜਿਹੜਾ ਬੰਦਈ ਤੱਤ ਆ, ਲੋਕ ਤਾਂ ਕਹਿੰਦੇ ਆ ਵੀ ਤੁਹਾਡਾ ਧਰਮ ਤੁਹਾਨੂੰ ਉਤਾਂ ਚੱਕਦਾ, ਆਪਾਂ ਕਹਿੰਦੇ ਆ ਵੀ ਬੰਦਾ ਰਹੇ ਨਹੀਂ ਉਹ, ਤੇ ਇਹ ਇੱਕ ਬਹੁਤ ਖਤਰਨਾਕ ਗੱਲ ਆ। ਮੈਂ ਪੁੱਛਿਆ, ਮੈਂ ਜੇ ਪਾਤਰ ਸਾਹਿਬ ਇਸ ਗੱਲ ਦੀ ਤੁਸੀਂ ਵੀ, ਮੈਂ ਵਿਆਖਿਆ ਕਰਾਂ ਤੇ ਮੈਨੂੰ ਤਾਂ ਲੋਕ ਕਹਿਣਗੇ ਜੀ ਇਹ ਤਾਂ ਨਾਸਤਿਕ ਹੈ, ਤਾਂ ਵਿਗੜਿਆ, ਕੁਝ ਵੀ ਕਹਿ ਸਕਦੇ ਆ। ਤੁਸੀਂ ਇਸ ਗੱਲ ਦੀ ਵਿਆਖਿਆ ਮੈਨੂੰ ਕਰਕੇ ਦੱਸੋ ਵੀ ਸਿੱਖ ਹੋਣਾ ਜਾਂ ਮੁਸਲਮਾਨ ਹੋਣਾ ਜਾਂ ਹਿੰਦੂ ਹੋਣਾ ਬੰਦਾ ਹੋਣਾ ਨਹੀਂ। ਉਹਨਾਂ ਨੇ ਆਪਣੀ ਤਕਰੀਰ ਦੇ ਵਿੱਚ ਇਸ ਗੱਲ ਨੂੰ 100% ਅਣਗੌਲਿਆ ਕਰ ਦਿੱਤਾ, ਨਹੀਂ ਕੀਤੀ ਇਸ ਗੱਲ ਦੀ ਵਿਆਖਿਆ। ਸੋ ਇਹ ਕਵਿਤਾ ਨੇ ਕੀ ਕਰਨਾ ਨਾ, ਕਵੀ ਨੂੰ ਵੀ ਕੀ ਕਰਨਾ, ਇਹ ਵੀ ਇੱਕ ਸਵਾਲ ਆ। ਮੈਂ ਫਿਰ ਕਹਿਣਾ, ਬੰਦੇ ਤੇ ਡਿਪੈਂਡ ਕਰਦਾ। ਉਹੀ ਆ ਨਿੱਕਾ ਜਿਹਾ ਨਿੱਕੀਆਂ ਨਿੱਕੀਆਂ 2 ਸਤਰ ਨਾ, ਸੇਵਾ ਦੇਸ਼ ਦੀ ਜ਼ਿੰਦੜੀ ਇਹ ਖਰੀ ਔਖੀ, ਉਹਨੇ ਸਰਾਬਾ ਵੀ ਪੈਦਾ ਕਰਤਾ। ਲੱਖਾਂ ਲੋਕ ਇਹਨੂੰ ਰਿਪੀਟ ਕਰਦੇ, ਉਹਨਾਂ ਨੂੰ ਕੁਝ ਵੀ ਨਹੀਂ ਹੁੰਦਾ। ਸਰਾਬੇ ਦੇ ਵਿੱਚੋਂ, ਸਰਾਬੇ ਦੀਆਂ ਇਹਨਾਂ ਸਤਰਾਂ ਦੇ ਵਿੱਚੋਂ ਭਗਤ ਸਿੰਘ ਵੀ ਆਇਆ। ਭਗਤ ਸਿੰਘ ਦੀ ਜ਼ਿੰਦਗੀ ਦੇ ਵਿੱਚੋਂ ਊਧਮ ਸਿੰਘ ਵੀ ਆਇਆ, ਮਗਰੋਂ ਕਈ ਕਵੀ ਆਏ, ਪਰ ਹਰ ਇੱਕ ਤੇ ਇੱਕੋ ਜਿਹਾ ਅਸਰ ਨਹੀਂ ਹੁੰਦਾ। ਜਾਣੀ ਕਵਿਤਾ ਦੀ ਜਿਹੜੀ ਆਪਣੀ ਨੋਈਅਤ ਆ ਨਾ, ਉਹਦੇ ਨਾਲੋਂ ਵੱਧ, ਉਹਦੇ ਨਾਲੋਂ ਨਾਲ ਪਾਠਕ ਕਿੱਦਾਂ ਦਾ, ਸਰੋਤਾ ਕਿੱਦਾਂ ਦਾ ਨਾ, ਉਹਨੇ ਕੀ ਉਹਦੇ 'ਚੋਂ ਕੱਢਣਾ, ਉਹਨੇ ਉਹਨੂੰ ਕੀ ਮੰਤਵ ਦੇਣਾ ਨਾ, ਇਹ ਜ਼ਿਆਦਾ ਨਿਰਭਰ ਕਰਦਾ ਇਸ ਗੱਲ 'ਤੇ। ਡਾਕਟਰ ਸਾਹਿਬ, ਮੈਂ ਇਸੇ ਗੱਲ 'ਤੇ ਆ ਰਿਹਾ। ਹੁਣ ਤੁਸੀਂ ਕਿਹਾ ਵੀ ਤੁਸੀਂ ਜਸਵੰਤ ਸਿੰਘ ਨੇਕੀ ਹੋਣਾ ਦੀ ਸਤਰ ਦੱਸੀ, ਸੁਰਜੀਤ ਪਾਤਰ ਹੋਣਾ ਦੀ, ਇਹਦੇ ਕਈ ਅਰਥ ਆ। ਜਿਹੜਾ ਬੰਦਾ ਪੜੂਗਾ ਉਹਦੇ ਅਰਥ ਡੂੰਘੇ ਆ। ਕਿ
ਇਹਨੂੰ ਉੱਤਮ ਕਵਿਤਾ ਮੰਨਿਆ ਜਾਵੇ, ਸਤਈ ਕਵਿਤਾ ਨੂੰ ਨਹੀਂ ਉੱਤਮ ਕਿਹਾ ਜਾ ਸਕਦਾ? ਮੈਂ ਜੇ ਸੱਚ ਪੁੱਛੋ ਨਾ, ਮੈਂ ਉੱਤਮ ਤੇ ਨੀਚ ਵਿੱਚ ਪੈਂਦਾ ਨਹੀਂ। ਮੈਂ ਤਾਂ ਬੇਨਤੀ ਕਰਦਾ ਇੱਕ, ਮੈਂ ਫਰਜ਼ ਕਰੋ ਨਾ ਆਦਮੀ ਨੂੰ ਵੀ ਮੈਂ ਉੱਤਮ ਨੀਚ ਨਹੀਂ ਕਹਿੰਦਾ। ਉੱਦਾਂ ਇਹ ਕਹਿਣਾ ਪੈਂਦਾ ਜੇ ਮੈਨੂੰ ਫਰਜ਼ ਕਰੋ ਨਾ ਆਮ ਆਦਮੀ ਦੀ ਬੌਧਿਕ ਪੱਧਰ, ਜਜ਼ਬਾਤੀ ਪੱਧਰ ਜਾਂ ਵਿਚਾਰਧਾਰਕ ਦੇ ਪੱਧਰ ਦੇ ਤੌਰ ਤੇ ਤੁਸੀਂ ਮੈਨੂੰ ਉੱਤਮ ਨੀਚ ਕਹੋਗੇ, ਮੈਂ ਨਹੀਂ ਕਹੂੰਗਾ। ਮੈਂ ਉਹਦੇ ਕਰਮ ਦੇ ਪੱਧਰ ਤੇ ਤਾਂ ਕਹਿ ਸਕਦਾ ਕਿ ਜੇ ਫਰਜ਼ ਕਰੋ ਕੋਈ ਬੰਦਾ ਬੇਈਮਾਨ ਹੈ, ਕਾਤਲ ਹੈ, ਐਵੇਂ ਹੀ ਬੰਦਿਆਂ ਨੂੰ ਕੋਈ ਮਾਰੀ ਜਾਂਦਾ। ਜੇ ਬੰਦੇ ਦੇ ਵਿੱਚ ਮਤਲਬ ਸਮਰੱਥਾ ਜਿਹੜੀ ਨਾ ਕੰਮ ਕਰਨ ਦੀ ਆਮ ਵੀ ਆ, ਛੋਟੀ ਵੀ ਆ, ਮੈਂ ਉਹਨੂੰ ਉੱਤਮ ਨੀਚ ਨਹੀਂ ਕਹਿੰਦਾ। ਮੈਂ ਉਸ ਬੰਦੇ ਨੂੰ ਸਲਾਮੇ ਕਰਦਾ। ਮੈਂ ਤੁਸੀਂ ਪਤਾ ਨਹੀਂ ਮੈਂ ਮਤਲਬ ਕੀ ਤੁਹਾਡੇ ਮਨ 'ਚ ਕੀ ਸਵਾਲ ਹੈ ਉੱਤਮ ਨੀਚ ਦਾ? ਮੈਂ ਇਹ ਉੱਤਮ ਨੀਚ ਦਾ ਨਹੀਂ ਜੀ, ਮੈਂ ਇਹ ਕਹਿੰਦਾ ਵੀ ਸਾਡੇ ਕੁਛ ਕਵੀ ਆ, ਇਹ ਮਹਾਨ ਕਵੀ ਅਸੀਂ ਕਹਿੰਦੇ, ਇਹ ਵੱਡੇ ਕਵੀ ਆ। ਆਹ 5-4 ਨਾਂ ਹਰੇਕ ਲਹਿਰ ਦੇ ਵਿੱਚ ਸਾਡੇ ਕੋਲ ਨਾਂ ਹੁੰਦੇ ਆ। ਹੁਣ ਅਸੀਂ ਕਹਿੰਦੇ ਵੀ ਪਾਤਰ ਸਾਹਿਬ ਤੋਂ ਬਾਅਦ ਕੋਈ ਕਵੀ ਐਡਾ ਵੱਡਾ ਹੈ ਨਹੀਂ ਉਹਨਾਂ ਜਿਹੜਾ, ਮਤਲਬ ਇੱਕ ਅਸੀਂ ਉਹਨੂੰ ਮਿਣਦੇ ਹਾਂ ਕਿਸੇ ਉਹਦੇ ਨਾਲ ਮਾਪਦੰਡ ਦੇ ਨਾਲ। ਇੱਦਾਂ ਮੈਂ ਜਾਣਨਾ ਅਸਲ 'ਚ ਇਹ ਚਾਹੁੰਦਾ ਕਿ ਸਧਾਰਨ ਬੰਦਾ ਜਿਹੜਾ ਸਧਾਰਨ ਗੀਤ ਸੁਣਦਾ ਉਹਦੇ ਵਿੱਚ ਵੀ ਉਹੀ ਸੁਹਜ ਹੈਗਾ ਆ। ਇੱਕ ਬਹੁਤ ਡੂੰਘੇ ਤੁਸੀਂ ਬਹੁਤ ਮਤਲਬ ਪੜ੍ਹਦੇ ਲਿਖਦੇ ਹੋ ਉਹ ਗੱਲਬਾਤ ਕੀਤੀ ਹੈ, ਜਾਂ ਉਹਦੇ ਵਿੱਚ ਕੋਈ ਫਰਕ ਹੁੰਦਾ, ਜਾਂ ਇਹ ਤ੍ਰਿਪਤੀ ਸਾਰਿਆਂ ਦੇ ਵਿੱਚ ਬਰਾਬਰ ਹੀ ਹੁੰਦੀ ਹੈ? ਚਲੋ ਮੈਂ ਕਹਿ ਸਕਦਾ ਬੰਦੇ ਦੀ ਆਪਣੀ ਸੋਚ ਦੀ ਸਮਰੱਥਾ, ਬੰਦੇ ਦੀ ਵਿਚਾਰ ਦੀ ਸਮਰੱਥਾ, ਬੰਦੇ ਦੀ ਮਹਿਸੂਸ ਕਰਨ ਦੀ, ਬੰਦੇ ਦੀ ਜਾਣਨ ਦੀ ਜੇ ਸਮਰੱਥਾ ਦੇ ਵਿੱਚ ਫਰਕ ਹੈ ਤਾਂ ਥੋੜ੍ਹਾ ਬਹੁਤ ਫਰਕ ਹੋਊਗਾ। ਪਰ ਇਹਨਾਂ ਫਰਕਾਂ ਨੂੰ ਮੈਂ ਚੰਗਾ ਬੁਰਾ ਨਹੀਂ ਕਹਿੰਦਾ। ਇੱਦਾਂ ਹੀ ਆ ਵੀ ਆਹ ਪੌੜੀ ਦਾ ਡੰਡਾ, ਇੱਕ ਪੌੜੀ ਦਾ ਡੰਡਾ ਉੱਚਾ ਨੀਵਾਂ ਆ, ਸਾਰਿਆਂ ਦਾ ਆਪਣਾ ਆਪਣਾ ਥਾਂ ਆ। ਹੁਣ ਤੱਕ ਜਿਹੜੀ ਪੰਜਾਬੀ ਕਵਿਤਾ ਦਾ, ਆਧੁਨਿਕ ਪੰਜਾਬੀ ਕਵਿਤਾ ਨੂੰ ਜੇ ਅਸੀਂ ਦੇਖੀਏ, ਇਹਦੇ ਕਿਹੜੇ ਰੂਪ ਬਦਲ ਰਹੇ ਆ, ਜਾਂ ਹੁਣ ਕੋਈ ਟ੍ਰੈਂਡ ਪਾਤਰ ਸਾਹਿਬ ਤੋਂ ਬਾਅਦ ਜਿਹੜਾ ਅਸੀਂ ਰੱਖਦੇ ਹਾਂ, ਕੁਛ ਹੈਗਾ ਜਿਹੜਾ ਜਿਹਨੂੰ ਜੁਝਾਰਵਾਦੀ ਕਵਿਤਾ ਕਹਿੰਦੇ ਸੀ ਉਹਦੇ ਤੋਂ ਬਾਅਦ? ਦੇਖੋ ਜੀ, ਇਮਾਨਦਾਰੀ ਤਾਂ ਇਹ ਆ ਵੀ ਜਿਹੜੀ ਹੋਣ ਵਾਲੀ ਕਵਿਤਾ ਉਹ ਮੈਂ ਬਹੁਤੀ ਪੜ੍ਹੀ ਨਹੀਂ, ਮਤਲਬ ਇੱਥੇ ਰਹਿਣ ਕਰਕੇ ਨਾ ਮਤਲਬ ਪੜ੍ਹੀ ਨਹੀਂ ਹੈ। ਪਰ ਲੇਕਿਨ ਇਹ ਆ ਵੀ ਜਿਹੜੀਆਂ ਕਈ ਸਤਰਾਂ ਜਿਹੜੀਆਂ ਨਾ, ਮਤਲਬ ਮੈਨੂੰ ਮਿਸਾਲ ਦੇ ਤੌਰ ਤੇ ਨੀਤੂ ਅਰੋੜਾ ਦੀ ਇੱਕ ਕਵਿਤਾ, ਉਹ ਔਰਤ ਦੇ ਬਾਰੇ ਗੱਲ ਕਰਦੀ ਆ ਵੀ ਤੁਸੀਂ ਉਸ ਔਰਤ ਨੂੰ ਵਿਗੜੀਓ ਸਮਝਦੇ ਆ ਜੇ ਹੱਥ ਵਿੱਚ ਇੱਕ ਝੋਲਾ, ਉਹਦੇ 'ਚ ਸੁਰਖੀ ਬਿੰਦੀ ਨਹੀਂ, ਉਹਦੇ 'ਚ ਕਾਗਜ਼ ਤੇ ਪੈਨ ਆ, ਉਹਦਾ ਹਾਰ ਸ਼ਿੰਗਾਰ ਬਾਰੇ ਨੂੰ ਰਵੱਈਆ ਨਹੀਂ, ਉਹ ਸੋਚ ਵਿਚਾਰ ਵਾਲੀ ਗੱਲ ਆ। ਮੈਨੂੰ ਇਸ ਗੱਲ ਨੇ ਫਰਜ਼ ਕਰੋ ਨਾ ਕਿ ਮੇਰੇ ਮਨ 'ਚ ਇੱਕ ਨਵਾਂ ਵਿਚਾਰ ਪੈਦਾ ਕੀਤਾ ਵੀ ਜਿਹੜਾ ਔਰਤ ਦੇ ਬਾਰੇ ਤੁਹਾਡਾ ਪਰੰਪਰਿਕ ਵਿਚਾਰ ਆ, ਉਹਨੂੰ ਉਹਨੇ ਚੁਣੌਤੀ ਦਿੱਤੀ ਆ ਅਤੇ ਮਤਲਬ ਨਵੀਂ ਗੱਲ ਕੀਤੀ ਆ। ਉੱਦਾਂ ਮੈਂ ਤੁਹਾਨੂੰ ਦੱਸਦਾ ਵੀ ਕਵਿਤਾ ਬੰਦਿਆਂ ਨੂੰ ਨਾ ਬਹੁਤਾ ਬੰਦੇ ਦਾ ਬਦਲਣਾ ਬਹੁਤ ਔਖਾ, ਬੰਦਿਆਂ ਨੂੰ ਬਦਲਦੀ ਨਹੀਂ ਕਵਿਤਾ। ਜਿੱਦਾਂ ਮੈਂ ਹੁਣ ਤੁਹਾਨੂੰ ਆਮ ਗੱਲ ਕਰਦਾ, ਕੁਛ ਬੰਦੇ ਹੁੰਦੇ ਆ, ਜਿੱਦਾਂ ਪੂਰਨ ਸਿੰਘ ਨੇ ਕਿਹਾ ਆ ਵੀਰ ਰਾਂਝਿਆ ਆ ਭੈਣ ਹੀਰੇ ਸਾਨੂੰ ਛੋੜ ਜਾਵੋ ਨਾ। ਮੈਨੂੰ ਤੁਸੀਂ ਦੱਸੋ ਕਿੰਨੇ ਪੰਜਾਬੀ ਆ ਜਿਹੜੇ ਹੀਰ ਨੂੰ ਆਪਣੀ ਭੈਣ ਮੰਨਦੇ ਆ? ਘਰ 'ਚ ਜਿਸ ਵੇਲੇ ਹੀਰ ਪੈਦਾ ਹੁੰਦੀ ਆ, ਇੱਕ ਔਸਤ ਪੰਜਾਬੀ ਦਾ ਜਿਹੜਾ ਰਵੱਈਆ ਉੱਦਾਂ ਦਾ ਨਹੀਂ ਹੁੰਦਾ। ਪਰ ਇਹ ਗੱਲ ਜੇ ਫਰਜ਼ ਕਰੋ ਤੂੰ ਮੈਂ ਪੜ੍ਹੀ, ਮੈਨੂੰ ਇਸ ਗੱਲ ਨੇ ਝਟਕਾ ਦਿੱਤਾ ਪਹਿਲਾਂ ਹੀ, ਜਿਸ ਵੇਲੇ 15 ਸਾਲ ਦੀ ਉਮਰ 'ਚ ਸੀ। ਜਾਂ ਉਹਦੀਆਂ ਇਹ ਲਾਈਨਾਂ ਵੀ ਰੱਬ ਦੀ ਪੂਜਾ ਮੰਨਿਆ ਗੁਨਾਹ ਸੀ ਅਸਾਂ ਛੱਡ ਦਿੱਤੀ, ਪਰ ਇਹ ਠੀਕਰੀਆਂ ਦੀ ਪੂਜਾ ਕਥਾਉਂ ਦਾ ਪੁੰਨ ਆ। ਮੈਨੂੰ ਝੰਜੋੜਿਆ ਇਸ ਗੱਲ ਨੇ, ਝੰਜੋੜਿਆ। ਇਹ ਤਾਂ ਬੰਦੇ ਤੇ ਆ ਵੀ ਬੰਦੇ ਨੇ ਕੀ ਲੈਣਾ ਉਹ 'ਚੋਂ, ਕਿੰਨਾ ਤਬਦੀਲ ਹੋਣਾ। ਮੈਂ ਇੱਦਾਂ ਕਹਿ ਸਕਦਾ, ਜਿੱਦਾਂ ਫਰਜ਼ ਕਰੋ ਆਪਾਂ ਨਿੱਕੀ ਜਿਹੀ ਗੱਲ ਕਰਦੇ ਹਾਂ, ਉੱਤਮ ਗੱਲ ਕਰਨੀ ਔਖੀ ਨਹੀਂ, ਉੱਤਮ ਗੱਲ ਲਿਖਣੀ ਵੀ ਔਖੀ ਨਹੀਂ, ਉੱਤਮ ਬੰਦਾ ਬਣਨਾ ਬਹੁਤ ਔਖਾ। ਜਾਣੀ ਜਿੱਦਾਂ ਮਨ ਵਚਨ ਤੇ ਕਰਮ ਦੀ ਜਿਹੜੀ ਇਕਸਾਰਤਾ ਜਿੱਦਾਂ ਆਮ ਆਦਮੀ ਲਈ ਔਖੀ ਆ, ਸ਼ਾਇਰਾਂ ਲਈ ਵੀ ਇੱਦਾਂ ਹੀ ਆ। ਸ਼ਾਇਰ ਜੋ ਕਹਿੰਦੇ ਆ ਹੁੰਦੇ ਨਹੀਂ, ਕਹਿ ਦੇਣਾ ਤਾਂ ਮਤਲਬ ਇੱਕ ਜੁਗਤ ਆ, ਇੱਕ ਕੌਸ਼ਲ ਆ ਨਾ, ਉੱਦਾਂ ਦੇ ਹੋਣਾ ਜਿਹੜਾ ਨਾ ਉਹ ਬਹੁਤ ਵੱਡੀ ਗੱਲ ਆ। ਮੈਂ ਉਸ ਬੰਦੇ ਨੂੰ ਸਲਾਮ ਕਰਦਾ ਜਿਹੜਾ ਸਰਲ ਸਾਦਾ ਬੇਸ਼ੱਕ ਹੋਵੇ, ਆਮ ਆਦਮੀ ਹੋਵੇ, ਪਰ ਆਪਣੇ ਬਚਨਾਂ ਦੇ ਮੁਤਾਬਕ ਆਪਣੀ ਜ਼ਿੰਦਗੀ ਬਸਰ ਕਰਦਾ ਹੋਵੇ। ਕਵਿਤਾ ਕਵੀ ਨਾਲੋਂ ਵੱਖਰੀ ਨਹੀਂ ਹੁੰਦੀ? ਮੈਂ ਕਿਸੇ ਕਵੀ ਦੀ ਕਵਿਤਾ ਪੜ੍ਹੀ, ਮੈਨੂੰ ਜ਼ਰੂਰੀ ਨਹੀਂ ਕਿ ਪਾਤਰ ਜਾਂ ਸ਼ਿਵ ਕੁਮਾਰ ਜਿਹੜਾ ਉਹ ਉਸ ਤਰ੍ਹਾਂ ਦਾ ਹੋਵੇ ਜਿਸ ਤਰ੍ਹਾਂ ਦੀ ਉਹਨੇ ਕਵਿਤਾ ਲਿਖੀ। ਕੀ ਕਵਿਤਾ ਜਦੋਂ ਲਿਖੀ ਜਾਂਦੀ ਉਹ ਸੁਤੰਤਰ ਨਹੀਂ ਹੋ ਜਾਂਦੀ ਕਵੀ ਨਾਲੋਂ? ਮੈਨੂੰ ਨਹੀਂ ਤਵੱਕੋ ਰੱਖਣੀ ਚਾਹੀਦੀ? ਮੇਰੇ ਦੇ ਮਨ ਦੇ ਵਿੱਚ ਫਰਜ਼ ਕਰ ਤੂੰ ਮੇਰੇ ਨਾਲ ਕੋਈ ਵਚਨ ਕਰਦਾ, ਮੇਰੇ ਮਨ ਦੇ ਵਿੱਚ ਇਹ ਇੱਛਾ ਵੀ ਤੂੰ ਆਪਣੇ ਵਚਨ ਦੇ ਮੁਤਾਬਕ ਹੋਵਾਂ, ਬਾਕੀ ਤੇਰੀ ਚੋਣਾਂ ਤੇ ਹੋਣਾ ਕਿ ਨਹੀਂ ਹੋਣਾ। ਜੇ ਫਰਜ਼ ਕਰੋ ਨਾ ਕਵੀ ਉੱਦਾਂ ਦਾ ਨਹੀਂ, ਵੱਖਰੀ ਜੇ ਹੋ ਜਾਂਦੀ ਆ, ਕਹਿਣ ਨੂੰ ਤਾਂ ਇੱਦਾਂ ਹੀ ਆ ਕਵਿਤਾ ਤਾਂ ਪਈ ਆ ਕਾਗਜ਼ ਤੇ, ਕਵਿਤਾ ਤਾਂ ਨਿਕਲ ਗਈ ਵੀ ਉਹ ਇੱਕ ਵੱਖਰੀ ਹੋ ਗਈ। ਪਰ ਮੈਂ ਬਾਕੀ ਸਾਰੇ ਹੁਨਰਾਂ ਦੇ ਵਿੱਚੋਂ ਕਵਿਤਾ ਨੂੰ ਇਸ ਕਰਕੇ ਮਤਲਬ ਦੂਸਰਿਆਂ ਨਾਲੋਂ ਡਿਫਰੈਂਟ ਸਮਝਦਾ ਵੀ ਆਪਾਂ ਬੋਲਾਂ ਦੇ ਪੂਰੇ ਹੋਣ ਨੂੰ, ਬਚਨਾਂ ਦੇ ਪੂਰੇ ਹੋਣ ਨੂੰ, ਆਪਣੇ ਬੋਲ ਪਗਾਉਣ ਨੂੰ ਇਹ ਆਪਾਂ ਬਹੁਤ ਉੱਤਮ ਮੰਨਦੇ ਹਾਂ, ਜਨ ਜੀਵਨ ਵਿੱਚ ਵੀ ਉੱਤਮ ਮੰਨਦੇ ਹਾਂ। ਮੇਰੇ ਸਾਹਿਤਕ ਸੋਚ ਦੇ ਵਿੱਚ ਇਹ ਨਹੀਂ ਮੰਨਦੇ। ਮੇਰੀ ਇੱਛਾ ਤਾਂ ਇਹ ਹੁੰਦੀ ਆ ਵੀ ਜੇ ਫਰਜ਼ ਕਰੋ ਨਾ ਕੋਈ ਬੰਦਾ, ਉੱਦਾਂ ਮੈਂ ਕਹਿ ਸਕਦਾ, ਉੱਦਾਂ ਤਾਂ ਕਹਿਣ ਦੀ ਤਾਂ ਗੱਲ ਇੱਦਾਂ ਹੀ ਆ ਵੀ ਜਿਹੜੀ ਹਾਏ ਇਹ ਗੱਲਬਾਤ ਵਿਚਲਾ ਫੈਸਲਾ ਜੇ ਕਵੀ ਦੇ ਵਿੱਚ ਵੀ ਇਹ ਰਹਿ ਗਿਆ, ਜੇ ਕਵੀ ਨੂੰ ਇਸ ਗੱਲ ਦੀ ਤਕਲੀਫ ਆ ਪਿਆ ਬੰਦਾ ਉੱਦਾਂ ਗੱਲਾਂ ਬਹੁਤ ਸੋਹਣੀਆਂ ਕਰਦਾ ਪਰ ਉੱਦਾਂ ਦਾ ਹੈ ਨਹੀਂ, ਤਾਂ ਮੈਨੂੰ ਕਵੀ 'ਤੇ ਵੀ ਇਤਰਾਜ਼ ਆ ਪਿਆ ਬੰਦਾ ਕਵਿਤਾ ਯਾਰ ਲਿਖਦਾ ਬਹੁਤ ਸੋਹਣੀਆਂ ਪਰ ਬੰਦਾ ਤਾਂ ਹੋਇਆ ਨਹੀਂ। ਮੈਨੂੰ ਹੈਗਾ ਇਤਰਾਜ਼, ਕਿਸੇ ਨੂੰ ਨਹੀਂ ਹੁੰਦਾ ਨਾ ਸਹੀ।
ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਮਿਹਰਬਾਨੀ। ਮਿਹਰਬਾਨੀ, ਥੈਂਕ ਯੂ ਜੀ। ਦੋਸਤੋ, ਅਸੀਂ ਡਾਕਟਰ ਸਾਹਿਬ ਸਿੰਘ ਉਹਨਾਂ ਨਾਲ ਗੱਲਬਾਤ ਕੀਤੀ ਕਵਿਤਾ ਬਾਰੇ, ਬਹੁਤ ਮੁੱਢਲੀਆਂ ਗੱਲਾਂ ਤੇ ਬਹੁਤ ਡੂੰਘੀਆਂ ਗੱਲਾਂ ਜਿਹੜੀਆਂ ਕਿ ਹਰ ਇੱਕ ਵਿਅਕਤੀ ਦੇ ਮਨ ਵਿੱਚ ਹੁੰਦੀਆਂ। ਕੈਮਰਾਮੈਨ ਅਮਿਤ ਪਨੇਸਰ ਨਾਲ ਜਸਕਰਨ, ਚੈਨਲ ਪੰਜਾਬੀ, ਸਰੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।